नमस्कार दोस्तों, आप देख रहे हैं डीडी समाचार और मैं दलजीत तजनुहा। दोस्तों, हमारा हमेशा प्रयास होता है जब कोई व्यक्ति किसी व्यक्तिगत आवाम की या लोगों की जनहित की बात करता है तो हम उनके पास जाकर उनसे बातचीत करते हैं जो उसने टारगेट अचीव किया हो, जहाँ उन्होंने कोई प्राथमिक तौर पर कोई किसी की तरह की जो अपनी उपलब्धि की हो उसके साथ बातचीत करते हैं। और इसी के चलते हम पहुँचे हैं होशियारपुर के गौतम नगर पर। यहाँ पे एडवोकेट अमित कोहली जी, जिन्होंने अभी एडिशनल सेशन जज का टारगेट अचीव किया है और नेक्स्ट मंथ उनकी जो पोस्टिंग हुई, हमने उनसे बातचीत की। क्या कहा उन्होंने अपने बारे में, अपनी शिक्षा के बारे में और अपने जो उन्होंने संघर्ष किया, आप देखते हैं डीडी समाचार। तो सर, तुसी एडिशनल सैशन जज चुने गए हो, तो तुहाडा जिहड़ा ये सफ़र आ, तुहाडी एजुकेशन आ शुरू तो लैके जिहड़ा टिल टाइम तक, वो साडे दर्शकों दे नाल जरूर साझा। हाँ जी, बिल्कुल ठीक है जी। क्योंकि स्टार्ट ਦੇ ਵਿੱਚ ਇਦਾਂ ਸੀਗਾ ਕਿ ਮੈਂ ਮਾਊਂਟ ਕਾਰਮਲ ਸਕੂਲ ਤੋਂ ਮੇਰੀ ਜਿਹੜੀ ਹੈ ਐਜੂਕੇਸ਼ਨ, ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਮੇਰੀ ਉੱਥੋਂ ਹੋਈ ਜੀ। ਉਸ ਤੋਂ ਬਾਅਦ ਫਰਦਰ ਜੀ ਮੈਂ 10th ਐਗਜ਼ਾਮੀਨੇਸ਼ਨ ਆਪਣਾ ਡੀਏਵੀ ਸਕੂਲ ਤੋਂ ਦਿੱਤਾ। +1 +2 ਜਿਹੜੀ ਹੈ ਮੇਰੀ ਔਰ ਨਾਨ ਮੈਡੀਕਲ 'ਚ ਮੈਂ ਕੀਤੀ ਹੈ ਉਹ ਡੀਏਵੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ। ਉਸ ਤੋਂ ਬਾਅਦ ਮੈਂ ਫਿਰ ਆਪਣੀ ਜਿਹੜੀ ਗ੍ਰੈਜੂਏਸ਼ਨ ਕੀਤੀ ਹੈ ਉਹ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਹੈ। ਸਬਸੀਕੁਐਂਟਲੀ 2003 ਦੇ ਵਿੱਚ ਫਿਰ ਮੈਂ ਲਾਅ ਪਾਸ ਆਊਟ ਕੀਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ। ਉਸ ਤੋਂ ਬਾਅਦ ਜੀ ਮੇਰਾ ਲਾਅ ਪਾਸ ਕਰਨ ਤੋਂ ਬਾਅਦ ਹੀ ਮੇਰਾ ਇੱਕ ਵਿਚਾਰ ਸੀ ਔਰ ਮੇਰਾ ਇੱਕੋ ਹੀ ਧਿਆਨ ਸੀ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ ਜੀ। ਉਹਦੇ ਲਈ ਫਿਰ ਮੈਂ ਨਿਰੰਤਰ ਆਪਣੀ ਕੋਸ਼ਿਸ਼ ਕਰਦਾ ਰਿਹਾ, ਨਿਰੰਤਰ ਮੈਂ ਟਰਾਈ ਕਰਦਾ ਰਿਹਾ। ਮੈਨੂੰ ਪਹਿਲੀ ਵਾਰੀ ਜਿਹੜੀ ਸਫਲਤਾ ਹੈ ਸਨ 2012 ਦੇ ਵਿੱਚ ਮਿਲੀ। ਤਦ ਮੈਂ ਜੁਡੀਸ਼ੀਅਲ ਮੈਜਿਸਟ੍ਰੇਟ ਪੰਜਾਬ ਦੇ ਐਗਜ਼ਾਮੀਨੇਸ਼ਨਸ ਕਲੀਅਰ ਕੀਤੇ ਔਰ ਐਗਜ਼ਾਮੀਨੇਸ਼ਨ ਕਲੀਅਰ ਕਰਨ ਤੋਂ ਬਾਅਦ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੇਰੀ ਇੰਟਰਵਿਊ ਲਈ। ਉਸ ਸਮੇਂ ਐਗਰੀਗੇਟ ਨਾ ਹੋਣ ਕਰਕੇ ਮੈਂ ਉਹਨੂੰ ਪੂਰੀ ਤਰ੍ਹਾਂ ਨਾਲ ਕੁਆਲੀਫਾਈ ਨਹੀਂ ਕਰ ਪਾਇਆ, ਪਰ ਕਿਉਂਕਿ ਮੇਰੇ ਮਨ ਦੇ ਵਿੱਚ ਇੱਕ ਸੁਪਨਾ ਸੀ, ਐਂਬੀਸ਼ਨ ਸੀ, ਮੇਰਾ ਸੀ, ਮੇਰੇ ਪਿਤਾ ਜੀ, ਮਾਤਾ ਜੀ, ਪਰਿਵਾਰ ਦਾ ਇੱਕੋ ਹੀ ਐਂਬੀਸ਼ਨ ਸੀ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ। ਫਿਰ ਵੀ ਮੈਂ ਆਪਣੀ ਤਿਆਰੀ ਨਹੀਂ ਛੱਡੀ ਔਰ ਮੇਰੀ ਪ੍ਰੈਕਟਿਸ ਵੀ ਮੈਂ ਨਾਲ ਕਰਦਾ ਰਿਹਾ ਔਰ ਮੈਂ ਫਿਰ ਜੁਡੀਸ਼ੀਅਲ ਆਫੀਸਰ ਦੀ ਤਿਆਰੀ ਵੀ ਕਰਦਾ ਰਿਹਾ ਜੀ। ਔਰ ਤਿਆਰੀ ਕਰਨਾ ਦੇ ਲਈ ਇੱਕ ਇੰਪੋਰਟੈਂਸ ਗੱਲ ਇਹ ਵੀ ਹੁੰਦੀ ਹੈ ਕਿ ਤੁਹਾਨੂੰ ਤੁਹਾਡੇ ਪਰਿਵਾਰ ਦਾ ਵੀ ਪੂਰਾ ਸਹਿਯੋਗ ਚਾਹੀਦਾ ਹੈ। ਮੇਰੇ ਮਾਤਾ ਜੀ, ਪਿਤਾ ਜੀ, ਮੇਰੀ ਵਾਈਫ, ਸਿਸਟਰ, ਮੇਰੇ ਜੀਜਾ ਜੀ ਹੈ ਔਰ ਮੇਰੇ ਸਾਰੇ ਜਿਹੜੇ ਵੈਲ ਵਿਸ਼ਰਸ ਹੈ, ਉਹਨਾਂ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਔਰ ਇਹਨਾਂ ਸਾਰਿਆਂ ਦੀ ਸਪੋਰਟ ਕਰਕੇ ਔਰ ਪ੍ਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਸਨ 2022 ਦੇ ਵਿੱਚ ਮੇਰੀ ਹਾਇਰ ਜੁਡੀਸ਼ੀਅਲ ਸਰਵਿਸ ਦੇ ਵਿੱਚ ਐਜ਼ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਮੇਰੀ ਸਿਲੈਕਸ਼ਨ ਹੋਈ ਹੈ। ਜੱਜ ਸਾਹਿਬ, ਤੁਸੀਂ ਗੱਲ ਜਦੋਂ ਅਕਸਰ ਦੇਖਿਆ ਜਾਂਦਾ ਜਦੋਂ ਲਾਈਫ ਸਟਾਈਲ ਹੈ ਜੱਜ ਬਣਨ ਦੇ ਨਾਲ ਇੱਕ ਉਹ ਜੱਜ ਵੀ, ਉਹ ਤੁਸੀਂ ਐਡੀਸ਼ਨਲ ਸੈਸ਼ਨ ਜੱਜ ਜਿਹੜਾ ਬਹੁਤ ਸਟੈਪਸ ਬੇਸ ਪੜ੍ਹਦੇ ਆ ਅਤੇ ਇੱਕ ਲਾਈਫ ਸਟਾਈਲ ਵੀ ਚੇਂਜ ਹੋ ਜਾਂਦਾ। ਅਤੇ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਤੁਸੀਂ ਇਸ ਚੀਜ਼ ਨੂੰ, ਜਿਵੇਂ ਇੱਕ ਐਜ਼ ਏ ਐਡਵੋਕੇਟ ਤੋਂ ਜੱਜ ਦਾ ਸਫ਼ਰ ਅਤੇ ਉੱਥੇ ਆ ਕੇ ਲਾਈਫ ਸਟਾਈਲ, ਕਿਉਂਕਿ ਤੁਹਾਡਾ ਦੇਖਿਆ ਅਸੀਂ ਗੁਫ਼ਤਗੂ ਦੇ ਨਾਲ ਬੜਾ ਬੇਬਾਕ ਤੁਹਾਡਾ, ਅਤੇ ਉਹਦੇ ਵਿੱਚ ਤੁਹਾਨੂੰ ਕਿੰਨਾ? ਹਾਂਜੀ, ਕਿਉਂਕਿ ਇਹਦੇ ਲਈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਹਾਂ ਜੀ ਕਿ ਜੁਡੀਸ਼ੀਅਲ ਸਰਵਿਸ ਪ੍ਰੈਪਰੇਸ਼ਨ ਦੇ ਲਈ ਜੀ ਤੁਹਾਡਾ ਇੱਕ ਮਾਈਂਡ ਸੈਟਅਪ ਹੋਣਾ ਚਾਹੀਦਾ ਹੈ ਜੀ। ਕਦੀ ਤੁਸੀਂ ਹਾਰ ਨਹੀਂ ਮੰਨੀ ਕਿ ਮੇਰਾ ਇਸ ਵਾਰੀ ਕਲੀਅਰ ਨਹੀਂ ਹੋਇਆ ਜੀ, ਕਿਉਂਕਿ ਮੇਰਾ ਵੀ ਕੋਈ ਪਹਿਲੀ ਵਾਰੀ ਇੱਦਾਂ ਨਹੀਂ ਸੀ ਕਿ ਮੈਂ ਫਸਟ ਟਾਈਮ ਐਗਜ਼ਾਮ ਦਿੱਤਾ ਤਾਂ ਮੇਰਾ ਕਲੀਅਰ ਹੋ ਗਿਆ। ਠੀਕ ਹੈ ਜੀ, ਕਿੰਗ ਬਰੂਸ ਐਂਡ ਸਪਾਈਡਰ ਦੀ ਕਹਾਣੀ ਹੈ ਕਿ ਉਹ ਬਾਰ-ਬਾਰ ਉਹ ਹਾਰਦੀ ਹੈ ਲੇਕਿਨ ਐਂਡ ਵਿੱਚ ਜਿੱਤ ਜਾਂਦੀ ਹੈ ਜੀ। ਇਨਸਾਨ ਨੂੰ ਕਦੀ ਵੀ ਹੋਪ ਨਹੀਂ ਛੱਡਣੀ ਚਾਹੀਦੀ ਔਰ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀ ਕਿ ਮੇਰਾ ਇੱਕੋ ਹੀ ਮੰਤਵ ਹੈ, ਐਂਬੀਸ਼ਨ ਹੈ ਕਿ ਮੈਂ ਜੁਡੀਸ਼ੀਅਲ ਆਫੀਸਰ ਬਣਨਾ ਹੈ ਔਰ ਪ੍ਰਮਾਤਮਾ ਦੀ ਦਇਆ ਨਾਲ, ਮੇਰੀ ਸਟੱਡੀ ਦੇ ਨਾਲ ਮੈਂ ਇਸ ਨੂੰ ਮੁਕਾਮ ਨੂੰ ਹਾਸਲ ਕੀਤਾ। ਸੋ ਇਸ ਕਰਕੇ ਮੈਂ ਐਡਵੋਕੇਟ ਤੋਂ ਅਗਰ ਐਡੀਸ਼ਨਲ ਸੈਸ਼ਨ ਜੱਜ ਦੀ ਹੁਣ ਜਿੱਦਾਂ ਮੈਂ ਪੋਸਟ 'ਤੇ ਜਾ ਰਿਹਾ ਹਾਂ ਜੀ, ਤਾਂ ਮੈਨੂੰ ਇਹ ਪਤਾ ਹੈ ਕਿ ਇਹਦੇ ਵਿੱਚ ਕੀ ਚੈਲੰਜਸ ਆਉਂਦੇ ਹਨ, ਇਹਦੇ ਵਿੱਚ ਕੀ ਸਾਡੇ ਦਾਇਤਵ ਹਨ, ਆਪਾਂ ਇਨਸਾਫ ਕਿੱਦਾਂ ਪ੍ਰੋਵਾਈਡ ਕਰਨਾ ਹੈ। ਬਾਕੀ ਮਾਨਯੋਗ ਹਾਈ ਕੋਰਟ ਦੇ ਜਿੱਦਾਂ ਵੀ ਗਾਈਡਲਾਈਨਸ ਹੋਣਗੀਆਂ ਉਹਨਾਂ ਨੂੰ ਫੋਲੋ ਕਰਕੇ ਉਹ ਸਾਨੂੰ ਸਾਰਾ ਕੁਝ ਅੱਗੇ ਫਰਦਰ ਦੱਸਣਗੇ, ਸਾਨੂੰ ਤਿਆਰ ਕਰਵਾਉਣਗੇ ਔਰ ਉਹਨਾਂ ਦੀ ਗਾਈਡਲਾਈਨਸ ਦੇ ਹੇਠਾਂ ਤੇ ਮੈਂ ਅੱਛੀ ਤਰ੍ਹਾਂ ਦੇ ਨਾਲ ਪੂਰਾ ਯਤਨ ਕਰੂੰਗਾ ਕਿ ਹਰ ਇੱਕ ਇਨਸਾਨ ਨੂੰ ਮੈਂ ਇਨਸਾਫ ਦੇਵਾਂ, ਨਿਰਪੱਖ ਤਰੀਕੇ ਨਾਲ ਦੇਵਾਂ। ਹਾਂ, ਬਹੁਤ ਬਹੁਤ ਧੰਨਵਾਦ ਜੱਜ ਸਾਹਿਬ। ਤੁਸੀਂ ਸਾਡੇ ਲੋਕਾਂ ਨੂੰ, ਸਾਡੀ ਨੌਜਵਾਨ ਪੀੜ੍ਹੀ ਬਹੁਤ ਸਾਰੀ ਇੱਛਾ ਰੱਖਦੇ ਆ, ਬਹੁਤ ਸਾਰੀ ਐਜੂਕੇਟਡ ਵਿਅਕਤੀ ਆ, ਉਹ ਵੀ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੇ। ਕੋਈ ਬਰੀਫ ਦੇ ਵਿੱਚ ਉਹਨਾਂ ਨੂੰ ਕੋਈ ਮੈਸੇਜ ਭੇਜ, ਜਿਵੇਂ ਤੁਸੀਂ ਦੱਸਿਆ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਤਿਆਰੀ ਕਿਸੇ ਹੋਰ ਲਾਈਨ 'ਚ ਵੀ ਜਾਣਾ ਚਾਹੁੰਦੇ ਆ। ਦੇਖੋ, ਜੁਡੀਸ਼ਰੀ ਲਈ ਜਾਂ ਕਿਸੇ ਵੀ ਲਾਈਨ 'ਤੇ ਜਾਣ ਲਈ ਹਾਂ ਇਹ ਬੜੀ ਗੱਲ ਜ਼ਰੂਰੀ ਹੈ ਜਿਹੜੀ ਇੱਕ ਰਹਿ ਗਈ ਸੀ ਜੀ, ਉਹ ਇਹ ਹੈ ਕਿ ਕਿਸੇ ਵੀ ਲਾਈਨ ਦੇ ਵਿੱਚ ਜਾਣ ਲਈ ਤੁਹਾਡਾ ਜਿਹੜਾ ਟਾਰਗੇਟ ਹੈ ਉਹ ਸੈਟਅਪ ਹੋਣਾ ਚਾਹੀਦਾ ਹੈ। ਦੇਖੋ, ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ, ਜਿੱਦਾਂ ਆਪਣੀ ਐਗਜ਼ਾਮਪਲ ਦੇਣਾ, ਕਿਉਂਕਿ ਮੈਂ ਇੱਕ ਪ੍ਰੈਕਟਾਈਜ਼ਿੰਗ ਲਾਇਰ ਸੀ ਜੀ ਔਰ ਪ੍ਰੈਕਟਾਈਜ਼ਿੰਗ ਲਾਇਰ ਲਈ ਆਪਣੀ ਪ੍ਰੈਕਟਿਸ ਵੀ ਇੰਪੋਰਟੈਂਟ ਹੈ ਜੀ। ਔਰ ਫਿਰ ਦੇਖੋ ਮੈਂ ਮੈਰਿਡ ਹੈ, ਫੈਮਿਲੀ ਲਾਈਫ ਵੀ ਹੁੰਦੀ ਹੈ। ਮੈਂ ਇੱਕ ਸਿਸਟਮ ਰੱਖਿਆ ਸੀ ਪੜ੍ਹਾਈ ਦਾ, ਇਹ ਗੱਲ ਬਹੁਤ ਜ਼ਰੂਰੀ ਹੈ ਦੱਸਣੀ ਦਰਸ਼ਕਾਂ ਨੂੰ। ਉਹ ਇਹ ਸੀ ਕਿ ਮੈਂ ਆਪਣਾ ਸਾਰਾ ਕੰਮ ਕਰਕੇ, ਫੈਮਿਲੀ ਲਾਈਫ ਵੀ ਦੇਖ ਕੇ, ਫਿਰ ਮੈਂ ਸ਼ਾਮੀ ਆ ਕੇ 2 ਘੰਟੇ ਜ਼ਰੂਰ ਸੌਂਦਾ ਸੀ। ਉਹਦੇ ਨਾਲ ਕੀ ਹੈ ਕਿ ਮੈਨੂੰ ਦੁਬਾਰਾ ਐਨਰਜੀ ਪ੍ਰੋਵਾਈਡ ਹੋ ਜਾਂਦੀ ਸੀ ਔਰ 10 ਤੋਂ ਲੈ ਕੇ ਰਾਤੀ ਫਿਰ 3 ਵਜੇ ਤੱਕ ਮੈਂ ਆਪਣੀ ਪੜ੍ਹਾਈ ਨੂੰ ਡਿਵਾਈਡ ਕਰਦਾ ਸੀ ਜੀ। ਔਰ ਇਸ ਦੌਰਾਨ ਮੈਂ 30 ਮਿੰਟ ਦੇ ਪੀਰੀਅਡਸ ਲਗਾਉਂਦਾ ਸੀ
मैं दर्शकों को दसना ਜ਼ਰੂਰੀ ਸਮਝੂੰਗਾ कि ये नहीं है कि ਤੁਸੀਂ 2-2 ਘੰਟੇ ਇਕੱਠੇ ਪੜ੍ਹਨਾ ਹੈ, ਤੁਸੀਂ 30 ਮਿੰਟਸ ਦੇ ਪੀਰੀਅਡ ਲਗਾਓ। ठीक है जी, जिद्दां मान लो तुसी CPC चक्की है, तुसी टारगेट रखे है कि CPC पढ़नी है, टॉपिक है रेस जुडिकेटा, टॉपिक है रेस सब जुडीज, टॉपिक है रेस्टिट्यूशन। ठीक है जी ਸਾਹਿਬ ਤੁਸੀਂ ਗੱਲ ਕੀਤੀ ਆਪਣੇ ਪਰਿਵਾਰ ਦੀ, ਆਪਣੀ ਪੜ੍ਹਾਈ ਦੀ ਤੇ ਉਸ ਤੋਂ ਬਾਅਦ ਲਾਅ ਦੀ। ਤੁਸੀਂ ਲਾਅ ਦੇ ਦੌਰਾਨ ਕਿੰਨੀ ਪ੍ਰੈਕਟਿਸ ਕਦੋਂ ਕੀਤੀ, ਸ਼ੁਰੂ ਕਦੋਂ ਕੀਤੀ ਤੇ ਲਾਸਟ ਵਿੱਚ ਕੀਤੀ, ਜਿਹਦੇ ਦੌਰਾਨ ਤੁਸੀਂ ਪੇਪਰ ਐਗਜ਼ਾਮਸ ਦਿੱਤੇ ਆ? ਤੇ ਜਿਹੜੇ ਸਾਡੇ ਦਰਸ਼ਕ ਆ ਉਹ ਵੀ ਇਸ ਚੀਜ਼ ਤੋਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਸਿੱਖ ਸਕਣ, ਤੁਸੀਂ ਉਹਨਾਂ ਬਾਰੇ ਤੇ ਤੁਸੀਂ ਆਪਣੀ ਲਾਅ ਦੀ ਪ੍ਰੈਕਟਿਸ ਕਿੰਨੀ ਦੇਰ ਜਿਹੜੀ ਕੀਤੀ? ठीक है, ये बहुत इंपॉर्टेंट क्वेश्चन है जी ਤੁਹਾਡਾ। और ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਐਸਪੈਰੈਂਟਸ ਹੈਗੇ ਹੈ ਜਿਹੜੇ ਚਾਹੁੰਦੇ ਆ ਕਿ ਜੁਡੀਸ਼ੀਅਲ ਆਫੀਸਰ ਲੱਗਣਾ, ਉਹਨਾਂ ਲਈ ਇਹ ਚੀਜ਼ ਬਹੁਤ ਜ਼ਰੂਰੀ ਹੈ ਸਮਝਣਾ। ਮੈਂ ਦੇਖੋ ਜੀ 2003 ਤੋਂ ਬਾਅਦ ਮੈਂ ਪ੍ਰੈਕਟਿਸ ਸਟਾਰਟ ਕਰਤੀ। ਫॉर द ਲਾਸਟ 19 ਇਅਰਸ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਡਿਸਟ੍ਰਿਕਟ ਕੋਰਟ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਜੀ। ਔਰ ਪ੍ਰੈਕਟਿਸ ਦੇ ਦੌਰਾਨ ਮੈਂ ਤਾਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮੈਂ ਜੁਡੀਸ਼ੀਅਲ ਆਫੀਸਰ ਦੀ ਤਿਆਰੀ ਹਮੇਸ਼ਾ ਕੀਤੀ ਹੈ। ਦੇਖੋ ਤਿਆਰੀ ਕਰਨ ਦਾ ਇੱਕ ਤਰੀਕਾ ਹੁੰਦਾ ਹੈ, क्योंकि तैयारी लिए बहुत जरूरी है कि थानू ये पता होना चाहिए कि मेरा गोल की है जी। और गोल नू निर्धारित करने के लिए जिद्दां सब्जैक्ट्स होंदे आ, लॉ दे साडे सब्जैक्ट्स है जी, उन्हां नू मैं डिवाइड कर लैंदा सी कि मैं इन्ने दिन दे विच इस सब्जैक्ट की तैयारी करनी है जी, उस तो बाद ये सब्जैक्ट की तैयारी करनी है, नाल कुछ जनरल नॉलेज के टॉपिक्स है, ऐसे राइटिंग्स है, जजमेंट राइटिंग्स है, वो सारियां दा एक विश्लेषण करना पैंदा है और अपना IQ बनाना पैंदा है, अच्छियां बुक्स, अच्छे ऑथर्स। और अजकल सब तो इंपॉर्टेंट ये है क्योंकि जिहड़े जुडिशियल एग्जामिनेशन अजकल ज़्यादा आ रहा वा उहदे विच ये ध्यान है कि हाई कोर्ट दियां सुप्रीम कोर्ट दियां जिहड़ियां जजमेंट्स है वो जजमेंट्स बेस्ड एग्जाम है। सो मैं सारे जिहड़े एस्पायरेंट्स है उन्होंने कहूँगा और यही मैं एडवाइस दूँगा या रिक्वेस्ट भी करांगा अपने सारे भरावां नूं या भैणां नूं कि वो बेसिकली जिहड़ियां कि लाइव लॉ है उहनूं देखण। और रीसेंट जिहड़े जिद्दां अज 2022 चलदा वा 2020 2021 और 2022 दियां जिहड़ियां सुप्रीम कोर्ट दियां लैंडमार्क जजमेंट्स आ रही हैं उन्हां नूं जरूर स्टडी करन। और जिहड़ियां प्रीवियस लैंडमार्क जजमेंट्स है मानयोग सुप्रीम कोर्ट दियां उन्हां नूं जरूर स्टडी करन, क्योंकि जद तक उन्हां नूं जजमेंट्स नहीं पता होगीਆਂ उन्हां दे क्वेश्चनस जिहड़े हैगे आ वो सॉल्व नहीं कर सकते। और नाल दी नाल अच्छियां टैक्सट बुक्स और हाँ बेयर एक्ट तो जरूर अच्छी तरह ना पढ़न। और बेयर एक्ट तक उन्होंने इत्थे तक भी पढ़ना चाहिए है कित्थे शैल लिखिया है, कित्थे मे लिखिया है, कित्थे कंक्लूसिव लिखिया है, क्योंकि इन्हां नाल उन्हां दी जिहड़ी लॉ दी और लीगल दी जानकारी बहुत वधेगी। और 10 तो लैके राती फिर 3 बजे तक मैं अपनी पढ़ाई नूं डिवाइड करदा सी जी। और इस दौरान मैं 30 मिनट के पीरियड्स लगांदा सी। मैं दर्शकों को दसना जरूरी समझूंगा कि ये नहीं है कि तुसी 2-2 घंटे इकट्ठे पढ़ना है, तुसी 30 मिनट्स के पीरियड लगाओ। ठीक है जी, जिद्दां मान लो तुसी CPC चक्की है, तुसी टारगेट रखे है कि CPC पढ़नी है, टॉपिक है रेस जुडिकेटा, टॉपिक है रेस सब जुडीज, टॉपिक है रेस्टिट्यूशन। ठीक है जी, तो तुसी वो टॉपिक्स नूं ये टारगेट रखो कि मैं अद्धे घंटे दे विच ए प्लस एक लैंडमार्क साइटेशन प्लस एक न्यू साइटेशन कोई लाइव लॉ दी या कोई भी न्यू साइटेशन आंदी है उन्होंने मैं लिख लवां थोड़ा जिहा, तो उन्होंने मैं अच्छी तरह नाल समझ लवां। और कुछ जिहड़ी चीज़ है जिन्होंने क्रैम करने की लोड़ है, कुछ टॉपिक्स नूं क्रैम भी करना पेगा, समझना भी पेगा और अपना एक टारगेट बना के चलना है। अद्धे घंटे के पीरियड तो बाद तुसी 10-15 मिनट की रेस्ट कर सकते हो, विच तुसी अपनी रिफ्रैशमेंट लै सकते हो, फ्रूट खा सकते, जूस पी लो, चाह पी लो और फिर तुसी दोबारा पढ़ाई विच लग जाओ। और पढ़ाई नूं जदों भी करना है बिल्कुल 100% तुहाडी कंसनट्रेशन पढ़ाई ते ही होनी चाहिए है। जे तुहानूं कोई टॉपिक नहीं समझ आ रहा तो उन्होंने किसी नाल तुसी कंसल्ट करो या फिर तुसी उहदे ते लैंडमार्क जजमेंट पढ़ो, रीसेंट जजमेंट पढ़ो। पर जब तक तुहाडा वो टॉपिक नहीं क्लीयर हुंदा तुसी अगले टॉपिक ते प्लीज़ ना चलो, नहीं तो तुहाडा टॉपिक खराब हो जाएगा। और अच्छी तरह दे नाल समझ के तैयारी करो। और मैनू यकीन है जिहड़े भी एस्पायरेंट्स है, एक लास्ट मैं गल कहूँगा, कभी भी तुसी होप नहीं लूज़ करनी, तुसी हमेशा पॉजिटिव एनर्जी रहनी है। ऐसा कोई भी इंसान जिहड़ा पैसीमिस्टिक है, जिहड़ा नैगेटिव गल कर रहा नहीं जी इदां नहीं हो सकता, ये तो बड़ा मुश्किल है, इदां दी कोई चीज़ नहीं है दुनिया दे विच जिहड़ी मुश्किल है। और सब तो वड्डी गल ये है कि जुडिशियल सर्विस एक बड़ी ऑनेस्ट है, बड़ी ईमानदार सर्विस है। और जिहड़े भी बच्चे है या स्टूडेंट्स हैगे या मेरे भरा है भैणां है जिहड़े तैयारी करते हैं, वो अगर अच्छे सच्चे मन नाल तैयारी करनगे तो उन्होंने जरूर मुकाम हासिल होएगा जिद्दां कि मैनू हासिल होया। हाँ, बहुत बहुत धन्यवाद जज अमित कोहली जी ਤੇ ਤੁਹਾਡੀ ਅਪਾਇੰਟਮੈਂਟ ਤੇ ਵੀ ਤੇ ਜਦੋਂ ਤੁਸੀਂ ਜੁਆਇਨ ਕਰਾਂਗੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਬਹੁਤ ਬਹੁਤ ਧੰਨਵਾਦ। ਹਾਂਜੀ, ਮੇਰਾ ਨਾਮ ਪੂਨਮ ਕੋਹਲੀ ਹੈ, ਇਹ ਮੇਰੇ ਹਸਬੈਂਡ ਹੈ, ਇਹ ਡਿਸਟ੍ਰਿਕਟ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਣੇ ਆ। ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਮੁਕਾਮ ਤੱਕ ਪਹੁੰਚੇ ਆ। ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਹਾਰ ਨਹੀਂ ਸੀ ਮੰਨਦੇ,
ਕਈ ਵਾਰੀ ਅਸੀਂ ਆ ਕੇ ਕਹਿ ਦੇਣਾ ਤੁਸੀਂ ਇੰਨਾ ਪੜ੍ਹਦੇ ਪਏ ਆ ਬਸ ਕਰੋ, ਕਿਉਂਕਿ ਘਰ ਦੀਆਂ ਹੋਰ ਵੀ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ। ਪਰ ਇਹਨਾਂ ਸਟਰੋਂਗ ਡਿਟਰਮੀਨੇਸ਼ਨ ਸੀਗੀ ਕਿ ਨਹੀਂ ਮੈਂ ਤਾਂ ਜੱਜ ਬਣ ਕੇ ਹੀ ਰਹਿਣਾ। ਈਵਨ ਕਿ ਜਦੋਂ ਇਹ ਵੀ ਪੇਪਰ ਦੇ ਕੇ ਆਏ ਹਾਲੇ ਰਿਜ਼ਲਟ ਨਹੀਂ ਸੀ ਆਇਆ ਤਾਂ ਅਸੀਂ ਕਹਿਣਾ ਕਿ ਚਲੋ ਹੁਣ ਜੇ ਹੋ ਜਾਊਗਾ ਕਲੀਅਰ ਠੀਕ ਹੈ, ਨਹੀਂ ਹੋਣਾ ਸੀ। ਪਰ ਇਹਨਾਂ ਨੇ ਕਹਿਣਾ ਨਹੀਂ ਜੇ ਮੇਰਾ ਹੁਣ ਨਹੀਂ ਹੋਇਆ ਨਾ ਮੈਂ ਫਿਰ ਪੇਪਰ ਦਊਂਗਾ, ਪਰ ਮੈਂ ਜੱਜ ਬਣ ਕੇ ਹੀ ਰਹਿਣਾ ਵਾ। ਤੇ ਅੱਜ ਇਹਨਾਂ ਨੂੰ ਇਹ ਜੱਜ ਬਣ ਗਏ ਆ, ਪਰਮਾਤਮਾ ਦੀ ਦਇਆ ਨਾਲ ਬਹੁਤ ਸਾਡੇ ਪਰਿਵਾਰ ਵਿੱਚ ਖੁਸ਼ੀ ਹੈ। ਇਸ ਤੋਂ ਇਲਾਵਾ ਇਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਵੀ ਬਹੁਤ ਅੱਛੀ ਤਰ੍ਹਾਂ ਨਿਭਾਇਆ। ਮਤਲਬ ਪੜ੍ਹਨ ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ। ਕਈ ਵਾਰ ਕੋਈ ਕੰਮ ਹੋਣਾ ਅਸੀਂ ਕਹਿਣਾ ਕਰੋ ਤਾਂ ਕਦੀ ਮਨਾ ਨਹੀਂ ਕੀਤਾ। ਆਪਣੀ ਪੜ੍ਹਾਈ ਨੂੰ ਪੂਰਾ ਟਾਈਮ ਕੋਰਟ ਦਾ ਪੂਰਾ ਕੰਮ ਕਰਨਾ, ਕੋਰਟ ਤੋਂ ਆ ਕੇ ਆਪਣਾ ਥੋੜੀ ਦੇਰ ਰੈਸਟ ਕਰਨਾ। ਪੜ੍ਹਦੇ ਵੀ ਸੀਗੇ, ਰਾਤ ਨੂੰ 3-3 ਵਜੇ ਤੱਕ ਪੜ੍ਹੀ ਜਾਣਾ, 20 ਮਿੰਟ ਸੋ ਜਾਣਾ, ਫਿਰ ਪੜ੍ਹਨ ਲੱਗ ਪੈਣਾ ਉੱਠ ਕੇ, ਫਿਰ ਜਦੋਂ ਥੱਕ ਜਾਣਾ ਫਿਰ 20 ਮਿੰਟ ਸੋ ਜਾਣਾ, ਫਿਰ ਉੱਠ ਕੇ ਪੜ੍ਹਨ ਲੱਗ ਪੈਣਾ। ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਚਲੋ ਪਰਮਾਤਮਾ ਨੇ ਮਿਹਨਤ ਦਾ ਰੰਗ ਦਿਖਾਇਆ ਤੇ ਇਹ ਜੱਜ ਬਣ ਗਏ, ਬਹੁਤ ਖੁਸ਼ੀ ਦੀ ਗੱਲ। ਸੋ ਦੋਸਤੋ, ਐਡੀਸ਼ਨਲ ਸੈਸ਼ਨ ਜੱਜ ਜਿਹੜੇ ਨਿਯੁਕਤੀ ਦੇ ਪੱਤੇ ਨਿਯੁਕਤ ਹੋਏ ਆ, ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹਨਾਂ ਨੇ ਪੜ੍ਹਾਈ ਕੀਤੀ ਤੇ ਇਸ ਪੜ੍ਹਾਈ ਦੇ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਟਾਈਮ ਟੇਬਲ ਬਣਾਇਆ, ਸੰਘਰਸ਼ ਕੀਤਾ ਤੇ ਨਾਲ ਉਹਨਾਂ ਨੇ ਆਪਣੇ ਪੇਰੈਂਟਸ ਦਾ ਸਹਿਯੋਗ ਵੀ ਲਿਆ ਤੇ ਨਾਲ ਆਪਣੇ ਜਿਹੜੇ ਫੈਮਿਲੀ ਦੇ ਜਿਹੜੇ ਕੰਮ ਵੀ ਪੂਰੀ ਤਰ੍ਹਾਂ ਉਹਨਾਂ ਨੂੰ ਬਰਾਬਰ ਰੱਖਿਆ। ਸੋ ਸਾਡੀ ਵੀ ਇਹ ਕੋਸ਼ਿਸ਼ ਰਹੂਗੀ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਦੋਸਤਾਂ ਤੱਕ, ਦਰਸ਼ਕਾਂ ਤੱਕ, ਲੋਕਾਂ ਤੱਕ, ਆਵਾਮ ਤੱਕ ਇਸੇ ਤਰ੍ਹਾਂ ਐਜ ਇਟ ਇਜ਼ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜੋ ਇਸ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ ਜਾਂ ਇਸੇ ਲੈਵਲ ਦੇ ਹੋਰ ਕਿਸੇ ਮੁਕਾਮ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਇਹਨਾਂ ਵੱਲੋਂ ਦੱਸੀ ਗੱਲਬਾਤ ਤੇ ਜ਼ਰੂਰ ਅਸਰ